ਅੱਜ ਆਪਾਂ ਚੈਪਟਰ 6 ਲਾਈਫ ਪ੍ਰੋਸੈਸਿਸ ਸਟਾਰਟ ਕਰਾਂਗੇ। ਕੀ ਹੁੰਦਾ ਲਾਈਫ ਪ੍ਰੋਸੈਸਿਸ? ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਆਪਣੇ ਬੋਡੀ ਦੇ ਵਿੱਚ ਬਹੁਤ ਸਾਰੇ ਸੈਲਸ ਨੇ। ਸੈਲਸ ਤੋਂ ਮਿਲ ਕੇ ਟਿਸ਼ੂਜ਼ ਬਣਦੇ ਨੇ ਐਂਡ ਟਿਸ਼ੂਜ਼ ਤੋਂ ਮਿਲ ਕੇ ਆਪਣੇ ਔਰਗਨਸ ਬਣਦੇ ਨੇ ਤੇ ਉਹਨਾਂ ਔਰਗਨਸ ਤੋਂ ਆਪਣਾ ਪੂਰਾ ਔਰਗਨ ਸਿਸਟਮ ਬਣਦਾ। ਤਾਂ ਉਸੇ ਤਰ੍ਹਾਂ ਹੀ ਇਹਨਾਂ ਜਿਹੜੇ ਸੈਲਸ ਨੇ, ਟਿਸ਼ੂਜ਼ ਨੇ, ਇਹਨਾਂ ਦੇ ਟਾਈਮ ਟੂ ਟਾਈਮ ਰਿਪੇਅਰ ਹੋਣੀ, ਉਹਨਾਂ ਦੀ ਮੇਨਟੇਨੈਂਸ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ। ਤਾਂ ਕੀ ਹੈ ਜੋ ਇਹ ਆਪਣੇ ਸੈਲਸ ਨੇ ਜਾਂ ਟਿਸ਼ੂਜ਼ ਨੇ, ਹੁਣ ਆਪਾਂ ਨੂੰ ਪਤਾ ਹੈ ਕਿ ਆਪਾਂ ਮੂਵ ਕਰਦੇ ਹਾਂ, ਠੀਕ ਹੈ, ਇੱਧਰ ਉੱਧਰ ਚੱਲਦੇ ਹਾਂ, ਤਾਂ ਆਪਾਂ ਨੂੰ ਕਿਸ ਚੀਜ਼ ਦੀ ਲੋੜ ਹੈ? ਆਪਾਂ ਨੂੰ એનર્ਜੀ ਦੀ ਲੋੜ ਹੈ। ਤਾਂ ਮੀਨਸ ਆਪਾਂ ਨੂੰ ਕੁਝ ਐਕਸਟਰਨਲੀ ਐਵੇਂ ਦੀ ਚੀਜ਼ ਲੈਣੀ ਪੈਣੀ ਹੈ ਜਿਸ ਤੋਂ ਆਪਾਂ ਨੂੰ ਕੀ ਮਿਲੇ? એનર્ਜੀ ਮਿਲੇ। ਕਿਉਂਕਿ ਅਗਰ ਆਪਾਂ ਸੋ ਵੀ ਰਹੇ ਹਾਂ ਤਾਂ ਆਪਾਂ ਕੀ ਯੂਜ਼ ਕਰ ਰਹੇ ਹਾਂ? એનર્ਜੀ ਤਾਂ ਯੂਜ਼ ਕਰ ਹੀ ਰਹੇ ਹਾਂ। ਤਾਂ ਉਹ એનર્ਜੀ ਆਪਾਂ ਨੂੰ ਬਾਹਰੋਂ ਕਿਸ ਤੋਂ ਮਿਲਦੀ ਹੈ? ਫੂਡ ਸੋਰਸਿਸ ਤੋਂ ਆਪਾਂ ਨੂੰ એનર્ਜੀ ਮਿਲਦੀ ਹੈ। ਤਾਂ ਉਸੇ એનર્ਜੀ ਨੂੰ ਆਪਾਂ ਨੇ ਦੱਸਣਾ ਵੀ ਕਿਸ ਤਰ੍ਹਾਂ ਆਪਾਂ ਉਹਨੂੰ ਯੂਜ਼ ਕਰਾਂਗੇ, ਕਿਸ ਤਰ੍ਹਾਂ ਆਪਾਂ ਨੂੰ એનર્ਜੀ ਮਿਲਦੀ ਹੈ, ਕਿਹੜੇ ਕਿਹੜੇ ਪ੍ਰੋਸੈਸ ਯੂਜ਼ ਹੁੰਦੇ ਆ ਉਸ એનર્ਜੀ ਨੂੰ ਲੈਣ ਦੇ ਲਈ। ਤਾਂ ਜੋ ਇਹ ਪ੍ਰੋਸੈਸ ਹੁੰਦਾ ਹੈ ਜਿਸ ਵਿੱਚ ਆਪਾਂ એનર્ਜੀ ਨੂੰ ਯੂਜ਼ ਕਰਦੇ ਹਾਂ ਅਤੇ ਫਿਰ ਆਪਣੇ ਜੋ ਟਿਸ਼ੂਜ਼ ਨੇ ਜਾਂ ਕੋਈ ਸੈਲਸ ਨੇ ਉਹਨਾਂ ਦੀ ਬਿਲਡਿੰਗ ਅਪ ਹੁੰਦੀ ਹੈ। ਮੀਨਸ ਨਵੇਂ ਟਿਸ਼ੂਜ਼ ਬਣਦੇ ਨੇ, ਨਵੇਂ ਸੈਲਸ ਬਣਦੇ ਨੇ। ਜੋ ਪੁਰਾਣੇ ਸੈਲਸ ਨੇ ਉਹਨਾਂ ਦੀ ਰਿਪੇਅਰ ਹੁੰਦੀ ਹੈ, ਉਹਨਾਂ ਨੂੰ ਮੇਨਟੇਨ ਰੱਖਿਆ ਜਾਂਦਾ ਕਿ ਉਹ ਠੀਕ ਠਾਕ ਰਹਿਣ। ਇਹ ਸਾਰੇ ਪ੍ਰੋਸੈਸ ਨੂੰ ਹੀ ਅਸੀਂ ਕੀ ਬੋਲਦੇ ਹਾਂ? ਲਾਈਫ ਪ੍ਰੋਸੈਸਿਸ ਬੋਲਦੇ ਹਾਂ। ਲਾਈਫ ਪ੍ਰੋਸੈਸ ਦੀ ਡੈਫੀਨੇਸ਼ਨ ਹੀ ਇਹ ਹੈ, ਆ ਦੇਖੋ, ਦ ਪ੍ਰੋਸੈਸ ਵਿਚ ਟੂਗੈਦਰ ਪਰਫਾਰਮ ਮੇਨਟੇਨੈਂਸ ਜੌਬ ਆਰ ਲਾਈਫ ਪ੍ਰੋਸੈਸਿਸ। ਮਤਲਬ ਮੇਨਟੇਨੈਂਸ ਕਰਨੀ ਆਪਣੇ ਟਿਸ਼ੂਜ਼ ਦੀ, ਆਪਣੇ ਸੈਲਸ ਦੀ, ਅਤੇ ਉਹਨਾਂ ਨੂੰ ਨਿਊ ਸੈਲਸ ਅਤੇ ਟਿਸ਼ੂਜ਼ ਨੂੰ ਬਿਲਡ ਅਪ ਕਰਨਾ। ਇਹੀ ਕੀ ਹੈ? ਲਾਈਫ ਪ੍ਰੋਸੈਸਿਸ। ਹੁਣ ਆਪਣੀ ਜੋ ਪਲਾਂਟਸ ਹੈ, ਹਿਊਮਨਸ ਹੈ, ਠੀਕ ਹੈ, ਮੇਨਲੀ ਆਪਾਂ ਗੱਲ ਕਰਦੇ ਹਾਂ ਹਿਊਮਨ ਬੋਡੀ ਦੀ। ਤਾਂ ਹਿਊਮਨ ਬੋਡੀ ਦੇ ਕੇਸ ਵਿੱਚ ਅਗਰ ਅਸੀਂ ਗੱਲ ਕਰਦੇ ਹਾਂ ਤਾਂ ਮੇਨਲੀ 4 ਪ੍ਰੋਸੈਸਿਸ ਹੁੰਦੇ ਆ। ਫਸਟ ਇਜ਼ ਨਿਊਟ੍ਰੀਸ਼ਨ, ਸੈਕਿੰਡ ਇਜ਼ respiration, third is transportation and last is excretion। ਇਹ 4 ਪ੍ਰੋਸੈਸਿਸ ਨੇ ਜੋ ਇੱਕ ਹਿਊਮਨ ਬੋਡੀ ਦੇ ਵਿੱਚ ਪਰਫਾਰਮ ਕੀਤੇ ਜਾਂਦੇ ਨੇ। ਤਾਂ ਕਿਸ ਤਰ੍ਹਾਂ ਹੋਏਗਾ? ਫਸਟਲੀ ਆ ਜਾਂਦਾ ਨਿਊਟ੍ਰੀਸ਼ਨ। ਤਾਂ ਅਗਰ ਆਪਾਂ ਗੱਲ ਕਰੀਏ ਪਲਾਂਟਸ ਦੀ, ਤਾਂ ਪਲਾਂਟਸ ਦੇ ਕੇਸ ਵਿੱਚ ਪਲਾਂਟਸ ਫੋਟੋਸਿੰਥੇਸਿਸ ਦਾ ਪ੍ਰੋਸੈਸ ਪਰਫਾਰਮ ਕਰਦੇ ਨੇ ਅਤੇ ਸਨਲਾਈਟ ਤੋਂ ਆਪਣੇ ਕੋਲ એનર્ਜੀ ਲੈਂਦੇ ਨੇ। ਉਸੇ એનર્ਜੀ ਨੂੰ ਯੂਜ਼ ਕਰਕੇ ਉਹ ਆਪਣੀ એનર્ਜੀ ਨੂੰ ਯੂਜ਼ ਕਰਕੇ ਅੱਗੋਂ ਉਹ ਆਪਣਾ ਫੂਡ ਪ੍ਰਪੇਅਰ ਕਰਦੇ ਨੇ ਸਨਲਾਈਟ ਤੋਂ ਅਤੇ ਆਪਣੀ એનર્ਜੀ ਲੈਂਦੇ ਨੇ। ਬਟ ਜੋ ਹਿਊਮਨ ਬੀਇੰਗਸ ਹੁੰਦੇ ਨੇ ਉਹ ਉਸੇ એનર્ਜੀ ਨੂੰ ਕਿਸ ਤੋਂ ਲੈਂਦੇ ਨੇ? ਫੂਡਸ ਤੋਂ ਲੈਂਦੇ ਨੇ। ਫੂਡ ਕੀ ਹੈ? ਜੋ ਪਲਾਂਟਸ ਆਪਾਂ ਨੂੰ ਕ੍ਰੌਪਸ, ਵੀਟ, ਗ੍ਰੇਨ ਜਾਂ ਇਹਨਾਂ ਸਭ ਤੋਂ ਆਪਾਂ ਨੂੰ એનર્ਜੀ ਮਿਲਦੀ ਹੈ। ਜਾਂ ਫਿਰ ਆਪਾਂ ਕੁਝ ਜੋ ਨੋਨ ਵੈਜ ਖਾਂਦੇ ਤਾਂ ਐਨੀਮਲਸ ਤੋਂ ਆਪਣੀ એનર્ਜੀ ਲੈਂਦੇ ਨੇ। ਤਾਂ ਮੀਨਸ ਜੋ ਵੀ ਆਪਾਂ ਖਾਣਾ ਖਾਂਦੇ ਹਾਂ, ਠੀਕ ਹੈ, ਆਪਣੀ ਨਿਊਟ੍ਰੀਸ਼ਨ ਕੀ ਹੈ? ਜੋ ਆਪਾਂ ਖਾ ਰਹੇ ਹਾਂ ਉਸ ਤੋਂ ਆਪਾਂ ਨੂੰ ਕੀ ਮਿਲਦੀ ਹੈ? એનર્ਜੀ ਮਿਲਦੀ ਹੈ। ਤਾਂ ਇਹ ਆ ਜਾਂਦਾ ਨਿਊਟ੍ਰੀਸ਼ਨ 'ਚ। ਸੈਕਿੰਡ ਆਉਂਦਾ ਰੈਸਪੀਰੇਸ਼ਨ। ਰੈਸਪੀਰੇਸ਼ਨ ਕੀ ਹੁੰਦਾ? ਰੈਸਪੀਰੇਸ਼ਨ ਦੇ ਕੇਸ ਵਿੱਚ ਆਪਾਂ ਗੱਲ ਕਰ ਸਕਦੇ ਹਾਂ, ਕਹਿ ਸਕਦੇ ਹਾਂ ਕਿ ਜਿਵੇਂ ਆਪਾਂ ਸਾਹ ਲੈਂਦੇ ਹਾਂ, ਬ੍ਰੈਥਿੰਗ ਕਰਦੇ ਹਾਂ, ਤਾਂ ਆਪਾਂ ਕੀ ਕਰਦੇ ਹਾਂ? ਆਕਸੀਜਨ ਨੂੰ ਲੈ ਰਹੇ ਹਾਂ ਐਂਡ ਕਾਰਬਨ ਡਾਈਆਕਸਾਈਡ ਨੂੰ ਰਿਲੀਜ਼ ਕਰ ਰਹੇ ਹਾਂ। ਉਹੀ ਦੂਸਰੀ ਤਰਫ ਜੋ ਪਲਾਂਟਸ ਹੁੰਦੇ ਨੇ ਉਹ ਕਾਰਬਨ ਡਾਈਆਕਸਾਈਡ ਲੈਂਦੇ ਨੇ ਐਂਡ ਆਕਸੀਜਨ ਨੂੰ ਰਿਲੀਜ਼ ਕਰਦੇ ਨੇ, ਠੀਕ ਹੈ। ਹੁਣ ਜੋ ਹਿਊਮਨ ਬੋਡੀ ਹੈ ਉਹ ਉਹਦਾ ਪ੍ਰੋਸੈਸ ਕੀ ਹੈ? ਰੈਸਪੀਰੇਸ਼ਨ ਦਾ। ਰੈਸਪੀਰੇਸ਼ਨ ਦੇ ਵਿੱਚ ਸਿਰਫ ਬ੍ਰੈਥਿੰਗ ਨਹੀਂ ਹੁੰਦੀ, ਬ੍ਰੈਥਿੰਗ ਦੇ ਨਾਲ ਨਾਲ ਸੈਲੂਲਰ ਰੈਸਪੀਰੇਸ਼ਨ ਵੀ ਹੁੰਦੀ ਹੈ। ਸੈਲੂਲਰ ਰੈਸਪੀਰੇਸ਼ਨ ਕੀ ਹੁੰਦਾ ਹੈ? ਜੋ ਆਪਾਂ ਸਾਹ ਲੈ ਕੇ ਆਪਣੀ ਆਕਸੀਜਨ ਅੰਦਰ ਲੈ ਕੇ ਜਾਂਦੇ ਹਾਂ, ਉਹ ਆਕਸੀਜਨ ਆਪਣੇ ਅੰਦਰ ਜੋ ਆਪਾਂ ਖਾਣਾ ਖਾਇਆ ਸੀ ਉਹ ਆਪਾਂ ਕੰਪਲੈਕਸ ਫਾਰਮ ਦੇ ਵਿੱਚ ਖਾਣਾ ਖਾਂਦੇ ਹਾਂ। ਤਾਂ ਕੰਪਲੈਕਸ ਫਾਰਮ ਤੋਂ ਆਪਾਂ ਨੂੰ એનર્ਜੀ ਨਹੀਂ ਮਿਲਦੀ। ਉਸ ਕੰਪਲੈਕਸ ਫਾਰਮ ਨੂੰ ਪਹਿਲਾਂ ਆਪਾਂ ਨੂੰ ਸਿੰਪਲਰ ਫਾਰਮ ਦੇ ਵਿੱਚ ਕਨਵਰਟ ਕਰਨਾ ਪੈਂਦਾ ਹੈ। ਤਾਂ ਸਿੰਪਲਰ ਫਾਰਮ ਦੇ ਵਿੱਚ ਕਨਵਰਟ ਕਰਕੇ ਅਸੀਂ ਉਸ ਤੋਂ એનર્ਜੀ ਲੈਂਦੇ ਹਾਂ ਅਤੇ ਆਪਣੇ ਟਿਸ਼ੂਜ਼ ਵਗੈਰਾ ਬਣਾਉਂਦੇ ਹਾਂ। ਤਾਂ ਇਸ ਰੈਸਪੀਰੇਸ਼ਨ ਦੇ ਪ੍ਰੋਸੈਸ ਦੇ ਵਿੱਚ ਕੀ ਹੋਏਗਾ ਕਿ ਜੋ ਕੰਪਲੈਕਸ ਮੋਲੀਕਿਊਲਸ ਨੇ ਉਹਨਾਂ ਨੂੰ ਬ੍ਰੇਕ ਡਾਊਨ ਕਰਕੇ ਉਹਨਾਂ ਤੋਂ ਸਿੰਪਲਰ ਕਨਵਰਟ ਕੀਤੇ ਜਾਂਦੇ ਨੇ
ਇਹ ਸਾਰਾ ਪ੍ਰੋਸੈਸ ਕੌਣ ਕਰਦੀ ਆ? ਉਹੀ ਆਕਸੀਜਨ ਜੋ ਆਪਾਂ ਸਾਹ ਲੈ ਕੇ ਆਪਣੇ ਅੰਦਰ ਬੋਡੀ 'ਚ ਲੈ ਕੇ ਜਾਂਦੇ ਹਾਂ। ਸੈਕਿੰਡ ਸਟੈਪ ਆ ਜਾਂਦਾ ਆਪਣਾ ਰੈਸਪੀਰੇਸ਼ਨ ਦਾ। ਥਰਡ ਹੁੰਦਾ ਹੈ ਟਰਾਂਸਪੋਰਟੇਸ਼ਨ। ਟਰਾਂਸਪੋਰਟੇਸ਼ਨ ਕੀ ਹੋਏਗਾ? ਹੁਣ ਦੇਖੋ ਆਪਾਂ ਨੂੰ ਰੈਸਪੀਰੇਸ਼ਨ ਕੀਤੀ, ਆਪਾਂ ਨੂੰ એનર્ਜੀ ਮਿਲ ਗਈ। ਹੁਣ ਉਹ એનર્ਜੀ ਤਾਂ ਇੱਕ ਪਾਰਟ ਨੂੰ ਮਿਲ ਰਹੀ ਹੈ। ਹੁਣ ਅਗਰ ਆਪਾਂ ਗੱਲ ਕਰੀਏ ਯੂਨੀਸੈਲੂਲਰ ਦੇ ਕੇਸ ਵਿੱਚ, ਯੂਨੀਸੈਲੂਲਰ ਦੇ ਵਿੱਚ ਕੀ ਹੁੰਦਾ ਹੈ, ਜੋ ਜਿ ਲਾਈਕ ਅਮੀਬਾ ਕਹਿ ਸਕਦੇ ਹਾਂ, ਪੈਰਾਮੀਸ਼ੀਅਮ ਕਹਿ ਸਕਦੇ ਹਾਂ, ਉਹਨਾਂ ਵਿੱਚ ਕੀ ਹੁੰਦਾ ਅਮੀਬਾ ਪੈਰਾਮੀਸ਼ੀਅਮ ਦੇ ਵਿੱਚ, ਜੋ ਉਹਨਾਂ ਦੀ ਸਾਰੀ ਬੋਡੀ ਹੀ ਆਪਣੀ ਐਟਮੋਸਫੇਅਰ ਦੇ ਕੰਟੈਕਟ ਦੇ ਵਿੱਚ ਹੁੰਦੀ ਹੈ। ਤਾਂ ਬਾਏ ਦਾ ਪ੍ਰੋਸੈਸ ਆਫ ਡਿਫਿਊਜ਼ਨ ਦਾ ਪ੍ਰੋਸੈਸ ਆਪਾਂ ਬੋਲ ਸਕਦੇ ਹਾਂ ਕਿ ਉਹ ਆਪਣੀ ਸਕਿਨ ਦੇ ਵਿੱਚੋਂ ਹੀ ਜੋ ਚੀਜ਼ ਉਹਨੂੰ ਚਾਹੀਦੀ ਹੁੰਦੀ ਹੈ ਬਾਹਰੋਂ ਆਪਣੀ ਐਟਮੋਸਫੇਅਰ ਤੋਂ ਲੈ ਲੈਂਦੀ ਹੈ ਐਜ਼ ਅ ਫੂਡ। ਜੋ ਚੀਜ਼ ਉਹਨੂੰ ਨਹੀਂ ਚਾਹੀਦੀ ਉਹ ਉਹਨੂੰ ਉਸੇ ਡਿਫਿਊਜ਼ਨ ਦੇ ਪ੍ਰੋਸੈਸ ਨਾਲ ਆਪਣੀ ਬੋਡੀ 'ਚੋਂ ਰਿਮੂਵ ਕਰ ਦਿੰਦੀ ਹੈ। ਬਟ ਜੋ ਮਲਟੀ ਸੈਲੂਲਰ ਹੁੰਦਾ ਹੈ ਉਹਦੇ ਵਿੱਚ ਆਪਣਾ ਹਰ ਬੋਡੀ ਪਾਰਟ ਆਪਣੇ ਐਟਮੋਸਫੇਅਰ ਦੇ ਕੰਟੈਕਟ ਦੇ ਵਿੱਚ ਨਹੀਂ ਹੁੰਦਾ, ਲਾਈਕ ਆਪਣਾ ਹਾਰਟ, ਕਿਡਨੀਜ਼, ਤਾਂ ਇਹ ਆਪਣੀ ਐਟਮੋਸਫੇਅਰ ਦੇ ਕੰਟੈਕਟ ਦੇ ਵਿੱਚ ਨਹੀਂ ਹੈ। ਤਾਂ ਇਸ ਤਰ੍ਹਾਂ ਇਹਨਾਂ ਨੂੰ એનર્ਜੀ ਕਿੱਦਾਂ ਮਿਲੇਗੀ? ਇਹ ਵੀ ਤਾਂ ਵਰਕ ਕਰਦੇ ਆ ਨਾ। ਤਾਂ ਉਹਦੇ ਲਈ ਆਪਣੇ ਕੋਲ ਆਉਂਦਾ ਟਰਾਂਸਪੋਰਟੇਸ਼ਨ ਪ੍ਰੋਸੈਸ। ਜੋ ਵੀ એનર્ਜੀ ਆਪਾਂ ਨੂੰ ਮਿਲਦੀ ਹੈ ਉਹ ਸਾਰੀ એનર્ਜੀ ਆਪਣੀ ਬਲੱਡ ਦੇ ਥਰੂ ਸਾਰੀ ਬੋਡੀ ਦੇ ਵਿੱਚ ਟਰਾਂਸਪੋਰਟ ਕੀਤੀ ਜਾਂਦੀ ਹੈ। ਉਸੇ ਪ੍ਰੋਸੈਸ ਨੂੰ ਬੋਲਦੇ ਆ ਟਰਾਂਸਪੋਰਟੇਸ਼ਨ। ਲਾਸਟ ਪ੍ਰੋਸੈਸ ਇਜ਼ ਐਕਸਕ੍ਰੀਸ਼ਨ। ਐਕਸਕ੍ਰੀਸ਼ਨ ਕੀ ਹੁੰਦਾ ਹੈ? ਜਦੋਂ ਆਪਾਂ ਨੇ ਟਰਾਂਸਪੋਰਟੇਸ਼ਨ ਕੀਤੀ, ਆਪਣੀ ਸਾਰੀ ਬੋਡੀ ਨੂੰ ਕੀ ਮਿਲ ਗਈ? એનર્ਜੀ ਮਿਲ ਗਈ। ਬਟ ਕੁਝ ਐਕਸਟਰਾ ਵੀ ਹੈ ਜੋ ਆਪਾਂ ਨੂੰ ਨਹੀਂ ਜ਼ਰੂਰਤ, ਉਹਦਾ ਕੀ ਹੁੰਦਾ? ਤਾਂ ਉਸਨੂੰ ਆਪਣੇ ਐਨਸ ਦੇ ਥਰੂ ਜੋ ਵੀ ਵੇਸਟ ਮਟੀਰੀਅਲਸ ਹੈਗੇ ਆਪਣੀ ਬੋਡੀ 'ਚੋਂ ਉਹਨਾਂ ਨੂੰ ਬਾਹਰ ਨਿਕਾਲਿਆ ਜਾਂਦਾ ਹੈ। ਉਸ ਪ੍ਰੋਸੈਸ ਨੂੰ ਬੋਲਦੇ ਆ ਐਕਸਕ੍ਰੀਸ਼ਨ। ਤਾਂ ਇਹੀ ਮੇਨਲੀ 4 ਪ੍ਰੋਸੈਸ ਆ ਜਿਹੜੇ ਆਪਾਂ ਸਟੱਡੀ ਕਰਨੇ ਆ ਇਸ ਚੈਪਟਰ ਦੇ ਵਿੱਚ। ਹੁਣ ਆਪਾਂ ਫਸਟ ਸਟੈਪ ਗੱਲ ਕਰ ਲਿਆ ਨਿਊਟ੍ਰੀਸ਼ਨ ਦੀ। ਤਾਂ ਨਿਊਟ੍ਰੀਸ਼ਨ ਕੀ ਹੁੰਦਾ? ਕਿ ਹਾਂਜੀ, ਜਦੋਂ ਆਪਾਂ ਤੁਰਦੇ ਫਿਰਦੇ ਹਾਂ, ਠੀਕ ਹੈ, ਰਾਈਡ ਕਰਦੇ ਹਾਂ ਜਾਂ ਕੋਈ ਵੀ ਐਕਟੀਵਿਟੀ ਕਰਦੇ ਹਾਂ, ਤਾਂ ਆਪਾਂ ਕੀ ਕਰ ਰਹੇ ਹਾਂ? એનર્ਜੀ ਨੂੰ ਯੂਜ਼ ਕਰ ਰਹੇ ਹਾਂ। ਉਹ એનર્ਜੀ ਆਪਾਂ ਨੂੰ ਕਿਸ ਤੋਂ ਮਿਲੇਗੀ? ਜੋ ਆਪਾਂ ਖਾਣਾ ਖਾ ਰਹੇ ਹਾਂ। ਤਾਂ ਹੁਣ ਜੋ ਲਿਵਿੰਗ ਬੀਇੰਗਸ ਨੇ ਉਹ એનર્ਜੀ ਕਿੱਥੋਂ ਲੈਂਦੇ ਨੇ? ਉਹ ਫੂਡ ਕਿੱਥੋਂ ਲੈ ਰਹੇ ਨੇ? ਤਾਂ ਮੇਨਲੀ ਆਪਾਂ ਆਪਣੇ ਪਲਾਂਟਸ ਤੋਂ એનર્ਜੀ ਰਿਕੁਆਇਰਮੈਂਟ ਨੂੰ ਕੰਪਲੀਟ ਕਰ ਰਹੇ ਹਾਂ। ਮੀਨਸ ਫੂਡ ਦੀ ਜੋ ਰਿਕੁਆਇਰਮੈਂਟ ਹੈ ਪਲਾਂਟਸ ਤੋਂ ਕੰਪਲੀਟ ਹੋ ਰਹੀ ਹੈ। ਕੁਝ ਤਾਂ ਆਰਗੇਨਿਜ਼ਮ ਐਵੇਂ ਦੇ ਹੁੰਦੇ ਨੇ ਜੋ ਸਿੰਪਲ ਫੂਡ ਮਟੀਰੀਅਲ ਨੂੰ ਯੂਜ਼ ਕਰਦੇ ਨੇ, ਠੀਕ ਹੈ, ਅਤੇ ਉਹਨਾਂ ਤੋਂ ਕਾਰਬਨ ਡਾਈਆਕਸਾਈਡ ਅਤੇ ਵਾਟਰ ਨੂੰ ਦੀ ਫਾਰਮ ਦੇ ਵਿੱਚ ਲੈ ਰਹੇ ਨੇ। ਬਟ ਕੁਝ ਐਵੇਂ ਦੇ ਆਰਗੇਨਿਜ਼ਮਸ ਨੇ ਜੋ ਕੰਪਲੈਕਸ ਫਾਰਮ 'ਚ ਲੈ ਰਹੇ ਨੇ, ਜਿਵੇਂ ਹਿਊਮਨ ਬੀਇੰਗਸ ਹੋ ਗਏ। ਤਾਂ ਉਹ ਕੰਪਲੈਕਸ ਫਾਰਮ ਨੂੰ ਪਹਿਲਾਂ ਸਿੰਪਲਰ ਦੇ ਵਿੱਚ ਕਨਵਰਟ ਕੀਤਾ ਜਾਂਦਾ ਹੈ, ਦੈਨ ਫਿਰ ਉਹ ਆਪਣੀ ਬੋਡੀ ਨੂੰ ਗਰੋਥ ਕਰਨ ਦੇ ਵਿੱਚ ਹੈਲਪ ਕਰਦਾ ਹੈ। ਤਾਂ ਇਸ ਚੀਜ਼ ਨੂੰ ਅਚੀਵ ਕਰਨ ਦੇ ਲਈ ਆਪਾਂ ਨੂੰ ਇੱਕ ਬਾਇਓ ਕੈਟਲਿਸਟ ਯੂਜ਼ ਕਰਨਾ ਪੈਂਦਾ, ਜਿਹਨੂੰ ਅਸੀਂ ਕੀ ਬੋਲਦੇ ਹਾਂ? ਬਾਇਓ ਕੈਟਲਿਸਟ ਨੂੰ ਐਂਜ਼ਾਈਮਸ ਬੋਲਦੇ ਹਾਂ। ਇਸ ਦੇ ਬਾਰੇ ਆਪਾਂ ਅੱਗੇ ਡਿਸਕਸ ਬਰੀਫਲੀ ਕਰਾਂਗੇ ਕਿ ਕੀ ਹੁੰਦੇ ਆ ਐਂਜ਼ਾਈਮਸ, ਕੀ ਨੇਮ ਹੈ ਉਸ ਐਂਜ਼ਾਈਮ ਦਾ, ਜਿਹਨੂੰ ਅਸੀਂ ਐਜ਼ ਅ ਬਾਇਓ ਕੈਟਲਿਸਟ ਯੂਜ਼ ਕਰਨਾ ਹੈ, ਜੋ ਕਿ ਆਪਣੇ ਕੰਪਲੈਕਸ ਨੂੰ ਸਿੰਪਲ ਦੇ ਵਿੱਚ ਬ੍ਰੇਕ ਡਾਊਨ ਕਰਕੇ ਯੂਜ਼ ਕੀਤਾ ਜਾਂਦਾ ਹੈ। ਹੁਣ ਫਸਟਲੀ ਆਪਣੇ ਕੋਲ ਆਉਂਦਾ ਆਟੋਟ੍ਰੋਫਿਕ ਨਿਊਟ੍ਰੀਸ਼ਨ। ਆਟੋਟ੍ਰੋਫਿਕ ਨਿਊਟ੍ਰੀਸ਼ਨ ਕੀ ਹੁੰਦੀ ਆ? ਆਟੋਟ੍ਰੋਫਿਕ ਨਿਊਟ੍ਰੀਸ਼ਨ ਮੀਨਸ ਜੋ ਪਲਾਂਟਸ ਦੇ ਵਿੱਚ ਹੋ ਰਹੀ ਹੈ। ਹੁਣ ਆਪਾਂ ਨੂੰ ਪਤਾ ਕਿ ਪਲਾਂਟਸ ਦੇ ਵਿੱਚ ਨਿਊਟ੍ਰੀਸ਼ਨ ਕਿੱਦਾਂ ਮਿਲਦੀ ਹੈ? ਬਾਈ ਦ ਪ੍ਰੋਸੈਸ ਆਫ ਫੋਟੋਸਿੰਥੇਸਿਸ, ਠੀਕ ਹੈ। ਤਾਂ ਫੋਟੋਸਿੰਥੇਸਿਸ ਪ੍ਰੋਸੈਸ ਰਾਹੀਂ ਆਪਾਂ ਨਿਊਟ੍ਰੀਸ਼ਨ ਲੈ ਰਹੇ ਹਾਂ। ਤਾਂ ਉਹਦੇ ਵਿੱਚ ਕੀ ਹੋਏਗਾ? ਜਿਸ ਤਰ੍ਹਾਂ ਆਪਾਂ ਨੇ ਦੇਖਾ ਕਿ ਜੋ ਪਲਾਂਟਸ ਹੈ ਉਹ ਸਨਲਾਈਟ ਲੈ ਰਹੇ ਨੇ, ਠੀਕ ਹੈ, ਉਹਨਾਂ ਕੋਲ ਹੋਰ ਕੀ ਹੈ? ਉਹਨਾਂ ਕੋਲ CO2 ਹੈ ਐਂਡ ਵਾਟਰ ਹੈ, CO2 ਐਂਡ H2O। ਦੈਨ ਕੀ ਹੁੰਦੇ ਆ? ਉਹਨਾਂ ਉੱਪਰ ਸਨਲਾਈਟ ਪੈ ਰਹੀ ਹੈ, ਆਪਣੇ ਕੋਲ ਇੱਕ ਰਿਐਕਸ਼ਨ ਹੋਏਗੀ, ਕੈਮੀਕਲ ਰਿਐਕਸ਼ਨ, ਆਪਣੇ ਕੋਲ ਕੀ ਮਿਲੇਗਾ? ਗਲੂਕੋਜ਼, ਜਿਹਨੂੰ ਅਸੀਂ ਕੀ ਬੋਲਦੇ ਹਾਂ? ਉਹਨਾਂ ਦਾ ਫੂਡ। ਮੀਨਸ ਜੋ ਪਲਾਂਟਸ ਹੈ ਉਹ ਆਪਣਾ ਫੂਡਸ ਗਲੂਕੋਜ਼ ਦੀ ਫਾਰਮ ਦੇ ਵਿੱਚ ਲੈ ਰਹੇ ਨੇ। ਅਗਰ ਉਹੀ ਗਲੂਕੋਜ਼ ਉਹਨਾਂ ਕੋਲ ਐਕਸਟਰਾ ਹੋ ਗਈ, ਮੀਨਸ ਜਿੰਨੀ ਉਹਨਾਂ ਨੂੰ ਜ਼ਰੂਰਤ ਸੀ ਉਸਨੂੰ ਯੂਜ਼ ਕਰਨ ਤੋਂ ਬਾਅਦ ਉਹਨਾਂ ਕੋਲ ਐਕਸਟਰਾ ਰਹਿ ਰਹੀ ਹੈ, ਤਾਂ ਉਹ ਐਕਸਟਰਾ ਜੋ ਗਲੂਕੋਜ਼ ਹੋਏਗੀ ਉਸਨੂੰ ਆਪਾਂ ਪਲਾਂਟਸ ਦੇ ਵਿੱਚ ਐਜ਼ ਅ ਸਟਾਰਚ ਸੇਵ ਕਰਕੇ ਰੱਖ ਸਕਦੇ ਹਾਂ, ਠੀਕ ਹੈ। ਤਾਂ ਆਪਣੇ ਕੋਲ ਇਸ ਤਰ੍ਹਾਂ ਰਿਐਕਸ਼ਨ ਹੋ ਰਹੀ ਹੈ। ਹੁਣ ਇਸ ਲਈ ਮੇਨ 3 ਪੁਆਇੰਟਸ ਹੋਣਗੇ। ਫਸਟ, ਲਾਈਟ એનર્ਜੀ ਨੂੰ ਅਬਜ਼ੋਰਬ ਕਰਨਾ। ਕੌਣ ਅਬਜ਼ੋਰਬ ਕਰੇਗਾ? ਕਲੋਰੋਫਿਲ। ਕਲੋਰੋਫਿਲ ਕੀ ਹੁੰਦਾ ਹੈ? ਇੱਕ ਗ੍ਰੀਨ ਕਲਰ ਪਿਗਮੈਂਟ ਹੁੰਦਾ ਜੋ ਆਪਣੇ ਪਲਾਂਟ ਦੇ ਲੀਵਸ ਦੇ ਵਿੱਚ ਪਾਇਆ ਜਾਂਦਾ ਹੈ। ਗ੍ਰੀਨ ਡੋਟਸ ਹੁੰਦੀਆਂ ਨੇ ਇੱਕ ਤਰ੍ਹਾਂ ਦੀਆਂ, ਜੋ ਇਸ ਲਾਈਟ એનર્ਜੀ ਨੂੰ ਅਬਜ਼ੋਰਬ ਕਰ ਰਹੀਆਂ ਨੇ। ਸੈਕਿੰਡ ਕੀ ਹੋਏਗਾ? ਕਨਵਰਜਨ ਕਰਨੀ। ਕਿਹਦੀ ਕਨਵਰਜਨ ਕਰਨੀ? ਲਾਈਟ એનર્ਜੀ ਦੀ ਕੈਮੀਕਲ એનર્ਜੀ ਦੇ ਵਿੱਚ, ਤੇ ਹਾਈਡਰੋਜਨ ਤੇ ਆਕਸੀਜਨ ਨੂੰ ਸਪਲਿਟ ਕਰਨ ਦਾ ਕੰਮ ਕਰਦੇ ਨੇ। ਥਰਡ ਹੋਰ ਕੀ ਕਰ ਰਹੇ ਨੇ? ਕਾਰਬਨ ਡਾਈਆਕਸਾਈਡ ਨੂੰ ਰਿਡਕਟ ਕਰਨਾ। ਮੀਨਸ ਰਿਡਕਸ਼ਨ ਮਤਲਬ ਹੁੰਦਾ ਹੈ
ਹਾਈਡਰੋਜਨ ਦੀ ਐਡੀਸ਼ਨ ਕਰਨੀ। ਤਾਂ ਮੀਨਸ ਜੋ ਕਾਰਬਨ ਡਾਈਆਕਸਾਈਡ ਹੈ ਉਸ ਦੇ ਵਿੱਚ ਹਾਈਡਰੋਜਨ ਦੀ ਐਡੀਸ਼ਨ ਕਰਕੇ ਉਸਨੂੰ ਕਾਰਬੋਹਾਈਡਰੇਟਸ ਬਣਾਇਆ ਜਾਂਦਾ ਹੈ। ਤਾਂ ਇਹ ਤਿੰਨ ਮੇਨ ਪ੍ਰੋਸੈਸ ਜੋ ਹੈ ਫੋਟੋਸਿੰਥੇਸਿਸ ਦੇ ਵਿੱਚ ਕੀਤੇ ਜਾਂਦੇ ਨੇ। ਠੀਕ ਹੈ, ਕਲੋਰੋਫਿਲ ਜੋ ਹੈ ਮੇਨ ਰੋਲ ਨਿਭਾ ਰਿਹਾ ਹੈ ਫੋਟੋਸਿੰਥੇਸਿਸ ਦੇ ਪ੍ਰੋਸੈਸ ਵਿੱਚ। ਜੋ ਇੱਕ ਗ੍ਰੀਨ ਡੋਟਸ ਹੁੰਦੀਆਂ ਨੇ ਐਂਡ ਇਹਦੇ ਵਿੱਚ ਇੱਕ ਔਰਗੇਨਲ ਹੁੰਦਾ ਜਿਹਨੂੰ ਅਸੀਂ ਕਲੋਰੋਪਲਾਸਟ ਕਹਿੰਦੇ ਹਾਂ, ਜੋ ਕਿ ਕਾਫੀ ਇੰਪੋਰਟੈਂਟ ਹੁੰਦਾ ਹੈ ਇਸ ਪ੍ਰੋਸੈਸ ਦੇ ਵਿੱਚ। ਦੈਨ ਆਪਣੇ ਕੋਲ ਆਉਂਦਾ ਹੈ ਕਿ ਜੋ ਪਲਾਂਟਸ ਨੇ ਉਹਨਾਂ ਵਿੱਚ ਕੀ ਹੁੰਦਾ, ਇੱਕ ਸਟੋਮੈਟਾ ਹੁੰਦਾ। ਸਟੋਮੈਟਾ ਦਾ ਕੰਮ ਕੀ ਹੁੰਦਾ ਹੈ, ਉਹ ਇੱਕ ਛੋਟੇ ਛੋਟੇ ਆਪਾਂ ਪੋਰਸ ਕਹਿੰਦੇ ਆ, ਛੋਟੇ ਛੋਟੇ ਟਾਈਨੀ ਪੋਰਸ ਹੁੰਦੇ ਆ ਜਿਸ ਵਿੱਚੋਂ ਗੈਸਿਸ ਐਂਡ ਵਾਟਰ ਐਕਸਚੇਂਜ ਕਰਦਾ ਹੈ। ਮੀਨਸ ਗੈਸਿਸ ਬਾਹਰ ਨਿਕਲਦੀਆਂ ਨੇ ਐਂਡ ਐਂਟਰ ਕਰਦੀਆਂ ਨੇ ਸਟੋਮੈਟਾ ਥਰੂ। ਪਲਾਂਟਸ ਦੇ ਵਿੱਚ ਐਂਟਰ ਕਰਦੀਆਂ, ਲੀਵਸ ਦੇ ਵਿੱਚ ਐਂਟਰ ਕਰਦੀਆਂ ਨੇ। ਹੁੰਦਾ ਕੀ ਹੈ, ਇਹਨਾਂ ਦੇ ਸਾਈਡ ਤੇ ਗਾਰਡ ਸੈਲਸ ਬਣੇ ਹੁੰਦੇ ਨੇ। ਅਗਰ ਆਪਾਂ ਉਸ ਦੇ ਵਿੱਚ ਵਾਟਰ ਐਡ ਕਰ ਰਹੇ ਹਾਂ ਤਾਂ ਵਾਟਰ ਐਡੀਸ਼ਨ ਦੇ ਨਾਲ ਜੋ ਗਾਰਡਸ ਨੇ ਉਹ ਫੁੱਲ ਜਾਂਦੇ ਨੇ। ਠੀਕ ਹੈ, ਅਗਰ ਆਪਾਂ ਉਸ 'ਚੋਂ ਵਾਟਰ ਬਾਹਰ ਨਿਕਾਲ ਰਹੇ ਹਾਂ ਤਾਂ ਜੋ ਗਾਰਡਸ ਹੈ ਉਹ ਸ਼ਰਿੰਕ ਹੋ ਜਾਂਦੇ ਨੇ। ਠੀਕ ਹੈ, ਤਾਂ ਇਹਨਾਂ ਗਾਰਡਸ ਇਹਨੂੰ ਬੋਲਦੇ ਗਾਰਡਸ। तो जे गार्ड्स जो है खुलते बंद होंगे है इनू श्रिंक होना कहते हैं या फैल जाना कहते हैं इन्हों का। तो इस तरह इनके विचों गैसिज एक्सचेंज होंदियां ने ते वाटर एक्सचेंज किया जाता है। दैन अपने को आंदा है कि जो आप देखा कि हाँ जी जो प्लांट्स है वो फोटोसिंथेसिस का प्रोसैस करते हैं। ठीक है, तो अपनी एनर्जी लै रहे हैं इस प्रोसैस थ्रू। तो प्लांट्स नूं होर भी कुछ चाहिए, की चाहिए प्लांट्स नूं होर एनर्जी चाहिए है। ठीक है, उन्होंने कुछ होर रॉ मटीरियल की जरूरत भी होएगी लाइक आयरन, मैगनीशियम, नाइट्रोजन, फॉस्फोरस। तो ये सारे मटीरियल कितों लै रहे हैं, सारा मटीरियल सोयल तो लै रहे हैं। ठीक है, जो नाइट्रोजन है वो एक इंपोर्टेंट एलीमेंट है, जो बहुत जरूरी एलीमेंट है, एसेंशियल एलीमेंट जिसनों असी प्रोटीन्स नूं बनाने के लिए यूज़ करते हैं। तो इसनों असी नाइट्रेट्स और नाइट्राइट्स की फॉर्म दे विच टेक करते हैं। ठीक है, तो इनू लैके आप इस तो जो बैक्टीरियाज होंगे ने उन्होंने तो ये एटमोसफेरिक नाइट्रोजन बनाई जाती है, उसनों ही प्लांट्स यूज़ करते हैं तो ग्रो करते हैं। दैन अपने को आ जाती है हैट्रोट्रॉफिक न्यूट्रिशन। हुण हैट्रोट्रॉफिक न्यूट्रिशन की होंदी है, जो अपने एनीमल्स दे विच या ह्यूमन बींग्स दे विच होंदी है उसनों बोलते हैं हैट्रोट्रॉफिक न्यूट्रिशन। तो इस विच की होएगा, ईच ऑर्गेनिज्म जो है वो इन्वायरमेंट को अडैप्ट करने की कोशिश कर रहा है हर ऑर्गेनिज्म। ठीक है, तो जो न्यूट्रिशन लै रहे हैं किस तो लै रहे हैं, फूड्स तो लै रहे हैं, फूड मटीरियल जो क्रॉप्स है ग्रेन्स जो आप खा रहे हैं। ठीक है, तो जो फूड सोर्सिस ने कोई भी हो सकते हैं, स्टेशनरी भी हो सकते हैं, मोबाइल भी हो सकते हैं, वो डिपेंड करता उन्होंने खाने वाले को किस तरह वो लै रहे हैं अपने एनर्जी को। तो आपको पता है कि वो कंपलैक्स फॉर्म के टेक करते हैं, दैन उस कंपलैक्स फॉर्म को सिंपलर दे विच कन्वर्ट किया जाता है। हुण आपां नूं पता कुछ एवें दे भी ऑर्गेनिजम्स होंदे ने या आपां कह सकते हैं बैक्टीरियाज होंदे ने, वायरस होंदे ने, लाइक वायरस है। ठीक है, वो बाहर इनएक्टिव होंदा है बट जदों ही ह्यूमन बॉडी दे विच जांदा है उसनूं एनर्जी मिल जाती है, वो एक्टिव हो जाता है तो वर्क करना स्टार्ट कर दिंदा है। ठीक है, उसी तरह ही जिवें आपां कह सकते हैं कि जो लाइस होंदियां हैं, टेप वॉर्म्स होंदे ने, वो किसी ऑर्गेनिज्म के उपर बैठ के उस तो न्यूट्रिशन भी लैंदे ने ते उन्हें कोई भी हार्म भी नहीं पहुँचाते। वो किस तरह होंदा है, जिस तरह आप गल की कि जो एनीमल्स होंदे ने या कोई लाइस होंदी, लाइस मीनस जूआं। अगर आप देखते हैं कि किसी इंसान के बालों चूहा पै जांदियां तो की होंदा है, वो उस तो उस इंसान तो अपने न्यूट्रिशन लै रही ने पर आपां नूं कोई भी हार्म नहीं पहुँचादियां, ना आपां नूं मारदियां ने, बट अपने तो अपना की लै रही न्यूट्रिशन लै रही ने। उस तरह टेप वॉर्म्स भी करते हैं, वो की करते हैं किसी ऑर्गेनिज्म के उपर बैठ के उस तो अपना न्यूट्रिशन लै लेंदे ने। हुण जिस तरह आप गल करांगे नैक्सट की है, हाउ डू ऑर्गेनिजम्स ऑब्टेन देयर न्यूट्रिशन, वो अपना न्यूट्रिशन किस तरह लै रहे हैं। हुण जिस तरह आप गल कर सकते हैं, पहलां गल कीती सी यूनीसैलुलर ऑर्गेनिज्म। तो यूनीसैलुलर ऑर्गेनिज्म दे विच आ जांदे है जिवें कि अमीबा, पैरामीशियम। ठीक है, तो अमीबा दे विच की प्रोसैस हो रहा है, जो फूड पार्टिकल्स अमीबा दे आपां कह सकते हैं जो अमीबा की सारी स्किन है वो सारी स्किन ही ये प्रोसैस करेगी। किसी भी जगह तो थोड़ा जा एरिया खुल के बाहरों जो फूड पार्टिकल चाहिए वो बाहरों लै लैंदा है।
ਫਿਰ ਜੋ ਪ੍ਰੋਸੈਸ ਕਰਦਾ ਹੈ, ਠੀਕ ਹੈ, ਜੋ ਉਹਨੂੰ એનર્ਜੀ ਚਾਹੀਦੀ ਉਹ ਲੈ ਲੈਂਦੇ ਆ। ਜੋ ਵੀ ਉਹਦਾ ਵੇਸਟ ਪ੍ਰੋਡਕਟ ਹੁੰਦਾ ਹੈ ਉਹ ਉਸੇ ਤੋਂ ਲੈ ਕੇ ਉਸੇ ਹੀ ਥਰੂ ਸਕਿਨ ਚੋਂ ਬਾਹਰ ਕੱਢ ਦਿੰਦਾ ਹੈ। ਇਸ ਪ੍ਰੋਸੈਸ ਨੂੰ ਅਸੀਂ ਡਿਫਿਊਜ਼ਨ ਪ੍ਰੋਸੈਸ ਬੋਲਦੇ ਹਾਂ। ਉਸੇ ਤਰ੍ਹਾਂ ਹੀ ਪੈਰਾਮੀਸ਼ੀਅਮ ਦੇ ਵਿੱਚ ਹੁੰਦਾ ਹੈ। ਪੈਰਾਮੀਸ਼ੀਅਮ ਦੇ ਵਿੱਚ ਸੀਲੀਆਜ਼ ਹੁੰਦੇ ਨੇ, ਠੀਕ ਹੈ। ਸੀਲੀਆਜ਼ ਕੀ ਕਰਦੇ ਨੇ, ਜਦੋਂ ਫੂਡ ਉਹਦੇ ਕੋਲ ਆਉਂਦਾ ਹੈ, ਸੀਲੀਆਜ਼ ਉਹਨੂੰ ਹਿਲਾ ਹਿਲਾ ਕੇ ਇਸ ਪੁਆਇੰਟ 'ਤੇ ਲੈ ਜਾਂਦੇ ਨੇ ਜਿੱਥੋਂ ਪੈਰਾਮੀਸ਼ੀਅਮ ਦੀ ਓਪਨਿੰਗ ਹੁੰਦੀ ਹੈ ਐਂਡ ਫੂਡ ਉਹਦੇ ਅੰਦਰ ਚਲਾ ਜਾਂਦਾ ਹੈ। ਜਦੋਂ ਹੀ ਫੂਡ ਉਹਦੇ ਅੰਦਰ ਜਾਂਦਾ ਹੈ ਦੈਨ ਉਹ ਫੂਡ ਨੂੰ ਲੈ ਕੇ ਆਪਣਾ ਜੋ ਹੈ ਪ੍ਰੋਸੈਸ, ਆਪਣੀ ਨਿਊਟ੍ਰੀਸ਼ਨ ਲੈ ਲੈਂਦੇ ਨੇ। ਇਹ ਤਾਂ ਹੋ ਗਈ ਯੂਨੀਸੈਲੂਲਰ। ਅਗਰ ਆਪਾਂ ਕਰੀਏ ਮਲਟੀ ਸੈਲੂਲਰ, ਤਾਂ ਮਲਟੀ ਸੈਲੂਲਰ ਦੇ ਵਿੱਚ ਲਾਈਕ ਅਸੀਂ ਆ ਜਾਂਦੇ ਹਾਂ ਜਿਵੇਂ ਹਿਊਮਨ ਬੀਇੰਗਸ, ਠੀਕ ਹੈ, ਜਾਂ ਐਨੀਮਲਸ ਆ ਜਾਂਦੇ ਨੇ। ਤਾਂ ਉਹਦੇ ਵਿੱਚ ਕੀ ਹੋਏਗਾ, ਉਹਨਾਂ ਦੇ ਅਲੱਗ-ਅਲੱਗ ਫੰਕਸ਼ਨ, ਬੋਡੀ ਪਾਰਟਸ ਹੋਣਗੇ। ਹਰ ਇੱਕ ਬੋਡੀ ਪਾਰਟ ਦਾ ਆਪਣਾ ਇੱਕ ਫੰਕਸ਼ਨ ਹੋਏਗਾ, ਠੀਕ ਹੈ। ਤਾਂ ਆਪਣੇ ਆਪਣਾ ਫੰਕਸ਼ਨ ਕਰਕੇ ਉਹ ਅਲੱਗ-ਅਲੱਗ, ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਆਪਣੀ ਬਾਹਾਂ ਦਾ ਆਪਣਾ ਅਲੱਗ ਕੰਮ ਹੁੰਦਾ, ਆਪਣਾ ਮੂੰਹ ਦਾ ਅਲੱਗ ਕੰਮ ਹੈ, ਜੋ ਆਪਣੇ ਇੰਟਰਨਲ ਔਰਗਨਸ ਨੇ ਉਹਨਾਂ ਦਾ ਆਪਦਾ ਕੰਮ ਹੋਏਗਾ, ਠੀਕ ਹੈ। ਤਾਂ ਮੀਨ ਸਾਰੇ ਸੈੱਲ ਆਪਦਾ ਕੰਮ ਕਰਨਗੇ। ਤਾਂ ਉਸੇ ਤਰ੍ਹਾਂ ਹੀ ਇਹਦੇ ਵਿੱਚੋਂ ਜਿਵੇਂ ਆਪਾਂ ਗੱਲ ਕੀਤੀ ਸੀ ਕਿ ਆਪਾਂ ਕੰਪਲੈਕਸ ਫਾਰਮ ਦੇ ਵਿੱਚ ਫੂਡ ਲਵਾਂਗੇ ਐਂਡ ਉਸਨੂੰ ਕੰਪਲੈਕਸ ਟੂ ਸਿੰਪਲਰ ਕਨਵਰਟ ਕਰ ਦਾਂਗੇ। ਤਾਂ ਇਸ ਤਰ੍ਹਾਂ ਆਪਾਂ ਨੇ ਹੁਣ ਤੱਕ ਇੰਨਾ ਟੌਪਿਕ ਕਰ ਲਿਆ ਕਿ ਹਾਂ ਆਪਾਂ ਕਿ ਹੈਟਰੋਨੋਰਮਿਕ